ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਡੂੰਘੀਆਂ ਸਿਖਰਾਂ। ਨਿੱਕੀਆਂ ਕਣੀਆਂ ਦਾ ਮੀਂਹ, ਨਿੱਕੀਆਂ ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ। ਜੀਵਨ ਦੀਆਂ ਖੁਸ਼ੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਵਿੱਚ ਹਨ, ਜਿਵੇਂ ਘਰ ਦੀ ਸੁਰੱਖਿਆ ਵਿੱਚ, ਸਰਦੀ ਦੀ ਧੁੱਪ ਵਿੱਚ, ਗਰਮੀਆਂ ਦੇ ਮੀਂਹ ਵਿੱਚ, ਕਿਸੇ ਸੋਹਣੇ ਚਿਹਰੇ ਦੀ ਮੁਸਕਰਾਹਟ ਵਿੱਚ, ਕਿਸੇ ਹਮਦਰਦ ਦੇ ਬੋਲਾਂ ਵਿੱਚ। ਨਿੱਕੇ ਨਿੱਕੇ ਧਿਆਨ, ਨਿੱਕੀਆਂ ਨਿੱਕੀਆਂ ਕੁਰਬਾਨੀਆਂ ਅਤੇ ਤਿਆਗ ਹਰ ਪ੍ਰਕਾਰ ਦੇ ਅਨੁਭਵ ਦੀ ਸ਼ਿੱਦਤ ਨੂੰ ਵਧਾ ਦਿੰਦੇ ਹਨ। ਨਿੱਕੇ ਨਿੱਕੇ ਯਤਨ ਵੱਡੀਆਂ ਪ੍ਰਾਪਤੀਆਂ ਹੋ ਨਿਬੜਦੇ ਹਨ ਅਤੇ ਅਸੀਂ ਨਿੱਕੇ ਨਿੱਕੇ ਯਤਨਾਂ ਨਾਲ ਵੱਡੇ ਹੋ ਨਿਬੜਦੇ ਹਾਂ। ਇੱਕ ਦਿਨ ਆਪਣੇ ਘਰ ਦੇ ਵਰਾਂਡੇ ਵਿੱਚ ਬੈਠਾ ਸਾਂ। ਕਈ ਦਿਨਾਂ ਤੋਂ ਘਰ ਵਿੱਚ ਇਕੱਲਾ ਹੋਣ ਕਰਕੇ ਮੈਂ ਉਦਾਸੀ ਨੂੰ ਘੁੱਟ ਕੇ ਫੜਿਆ ਹੋਇਆ ਸੀ। ਨਿੱਕੀਆਂ ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਸੀ। ਅਚਾਨਕ ਇੱਕ ਲਹੂ ਲੁਹਾਨ ਚਿੜੀ ਮੇਰੇ ਨੇੜੇ ਆਣ ਡਿੱਗੀ। ਮੇਰੇ ਚਾਹੁਣ ਦੇ ਬਾਵਜੂਦ ਪਤਾ ਨਾ ਲੱਗਿਆ ਕਿ ਉਹ ਉੱਥੇ ਆ ਕਿਵੇਂ ਗਈ। ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹ ਚਿੜਾ ਸੀ ਕਿ ਚਿੜੀ, ਪਰ ਜ਼ਖਮੀ ਸੀ, ਦੁਖੀ ਵੀ ਸੀ, ਪਰੇਸ਼ਾਨ ਅਤੇ ਮਜਬੂਰ ਵੀ ਸੀ। ਸੋ ਮੈਂ ਸੋਚਿਆ ਚਿੜੀ ਹੀ ਹੋਵੇਗੀ, ਕਿਉਂਕਿ ਕੁਝ ਤਾਂ ਉਹ ਉਂਝ ਵੀ ਕਮਜ਼ੋਰ ਸੀ ਅਤੇ ਕੁਝ ਕੀਤਾ ਗਿਆ ਵਾਰ ਵੀ ਭਰਪੂਰ ਸੀ। ਜਿਵੇਂ ਕਿਵੇਂ ਹੋਇਆ, ਉਸਨੂੰ ਮੈਂ ਅੰਦਰ ਲੈ ਗਿਆ ਤਾਂ ਜੋ ਉਸਨੂੰ ਫੱਟੜ ਕਰਨ ਵਾਲਾ ਜਾਨਵਰ ਪੰਛੀ ਕਿਧਰੇ ਫਿਰ ਨਾ ਆ ਜਾਵੇ। ਪਾਣੀ ਦੀ ਕੌਲੀ ਕੋਲ ਰੱਖੀ, ਰੋਟੀ ਦੇ ਕੁਝ ਟੁਕੜੇ ਵੀ ਕੋਲ ਰੱਖੇ। ਮਨ ਦੁਚਿੱਤੀ ਵਿੱਚ ਸੀ, ਬਚੇਗੀ ਕਿ ਨਹੀਂ। ਮੈਨੂੰ ਨੇੜੇ ਵੇਖ ਕੇ ਵੀ ਉਹ ਡਰੀ ਹੋਈ ਸੀ। ਉਹ ਮੇਰੀ ਮੁੱਠੀ ਜਿਤਨੀ ਵੀ ਨਹੀਂ ਸੀ ਅਤੇ ਮੈਨੂੰ ਸੁੱਝ ਨਹੀਂ ਸੀ ਰਿਹਾ ਕਿ ਮੈਂ ਕੀ ਕਰਾਂ, ਪਰ ਮੈਂ ਸਭ ਕੁਝ ਕਰਨ ਲਈ ਤਿਆਰ ਸਾਂ। ਆਪਣਾ ਜ਼ਖਮੀ ਦਿਲ ਦਰਵਾਜ਼ਾ ਖੋਲ੍ਹ ਕੇ ਉਸਨੇ ਮੇਰੇ ਵੱਲ ਵੇਖਿਆ। ਸ਼ਾਇਦ ਉਸਨੇ ਮੇਰੀ ਸੇਵਾ ਪ੍ਰਵਾਨ ਕਰਨ ਦਾ ਮਨ ਬਣਾ ਲਿਆ ਸੀ। ਇਸ ਵੇਲੇ ਮੇਰੀ ਸਾਰੀ ਅਕਲ, ਸਾਰਾ ਤਜਰਬਾ, ਸਾਰਾ ਧਿਆਨ ਅਤੇ ਸਾਰੇ ਯਤਨ ਉਸ ਉੱਤੇ ਡੁੱਲੇ ਹੋਏ ਸਨ ਅਤੇ ਮੈਂ ਬੌਂਦਲਿਆ ਹੋਇਆ ਸਾਂ ਕਿ ਕੀ ਕਰਾਂ। ਜ਼ਖਮੀ ਉਹ ਸੀ, ਵਿਆਕੁਲ ਮੈਂ ਸਾਂ। ਡੂੰਘੇ ਅਹਿਸਾਸਾਂ ਵਿੱਚੋਂ ਅਰਦਾਸ ਆਪ ਮੁਹਾਰੇ ਉਪਜਦੀ ਹੈ। ਅੰਦਰੋਂ ਆਵਾਜ਼ ਆਈ, ਹੇ ਵਾਹਿਗੁਰੂ, ਇਸ ਨੂੰ ਬਚਾ ਲਵੀਂ। ਇਵੇਂ ਲੱਗਿਆ ਜਿਵੇਂ ਕੁਦਰਤ ਕਹਿ ਰਹੀ ਸੀ, ਯਤਨ ਤੂੰ ਕਰੀਂ, ਮਦਦ ਮੈਂ ਕਰਾਂਗੀ। ਕੋਲ ਬਹਿ ਕੇ ਧਿਆਨ ਨਾਲ ਵੇਖਦਾ ਰਿਹਾ ਕਿ ਉਹ ਸਾਹ ਲੈ ਰਹੀ ਸੀ। ਪਤਾ ਹੀ ਨਾ ਲੱਗਿਆ ਕਦੋਂ ਸ਼ਾਮ ਤੋਂ ਬਾਅਦ ਰਾਤ ਪੈ ਗਈ। ਰਾਤ ਦੀ ਵਗਾਰ ਮੇਰੇ ਸਾਹਮਣੇ ਸੀ। ਇਹ ਰਾਤ ਮੈਨੂੰ ਕਦੇ ਨਹੀਂ ਭੁੱਲੇਗੀ। ਸੋਚਦਾ ਰਿਹਾ ਕਿ ਸਾਨੂੰ ਜਿਉਂਦਾ ਰੱਖਣ ਲਈ ਬਿਰਛ ਬੂਟੇ ਰਾਤ ਨੂੰ ਵੀ ਨਹੀਂ ਸੌਂਦੇ। ਜੇ ਦਿਨ ਵੇਲੇ ਸੂਰਜ ਧੁੱਪ ਦੇਣੀ ਨਹੀਂ ਭੁੱਲਦਾ ਤਾਂ ਰਾਤ ਵੇਲੇ ਚੰਨ ਚਾਨਣੀ ਦੇਣੀ ਯਾਦ ਰੱਖਦਾ ਹੈ। ਪੌਣ ਪਲ ਭਰ ਵੀ ਨਹੀਂ ਰੁਕਦੀ, ਧਰਤੀ ਘੁੰਮਦੀ ਰਹਿੰਦੀ ਹੈ, ਦਰਿਆ ਵਗਦੇ ਰਹਿੰਦੇ ਹਨ। ਅਗਲੀ ਸਵੇਰ ਨੂੰ ਚਿੜੀ ਦੀ ਹਾਲਤ ਤਾਂ ਪਹਿਲਾਂ ਵਰਗੀ ਹੀ ਸੀ, ਪਰ ਦੁਪਹਿਰ ਵੇਲੇ ਉਸਨੇ ਪਾਣੀ ਵਿੱਚ ਆਪਣੀ ਚੁੰਝ ਡੁਬੋਈ, ਜਿਸ ਨਾਲ ਮੈਂ ਰੱਜ ਗਿਆ। ਤੀਜੇ ਦਿਨ ਉਸਨੇ ਬਿਸਕੁਟ ਦਾ ਟੋਟਾ ਵੀ ਮੂੰਹ ਵਿੱਚ ਪਾ ਲਿਆ। ਜੇ ਮਰੀਜ਼ ਦਾ ਸੰਬੰਧ ਅੰਨ ਜਾਂ ਭੋਜਨ ਨਾਲ ਜੁੜ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ। ਚੌਥੇ ਕੁ ਦਿਨ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਬਚ ਜਾਵੇਗੀ। ਮੇਰੇ ਯਤਨਾਂ ਵਿੱਚੋਂ ਸਫਲਤਾ ਅਤੇ ਖੁਸ਼ੀ ਦੇ ਫੁੱਲ ਉੱਗ ਆਏ ਸਨ। ਫਰਜ਼, ਯਤਨ ਜਾਂ ਕਰਤੱਵ ਦਾ ਹੁਕਮ ਸਾਨੂੰ ਸਮਾਜ ਜਾਂ ਪਰੰਪਰਾ ਵਿੱਚੋਂ ਮਿਲਦਾ ਹੈ, ਪਰ ਆਨੰਦਮਈ ਕਾਰਜਾਂ ਲਈ ਆਦੇਸ਼ ਆਤਮਾ ਦਿੰਦੀ ਹੈ। ਮਾਤਾ ਪਿਤਾ ਦੀ ਸੇਵਾ ਦਾ ਫਰਜ਼ ਨਿਭਾ ਰਿਹਾ ਸਾਂ, ਪਰ ਚਿੜੀ ਦੀ ਸੇਵਾ ਦਾ ਮੈਂ ਆਨੰਦ ਲੈ ਰਿਹਾ ਸਾਂ। ਪਤਨੀ ਦੇ ਘਰ ਨਾ ਹੋਣ ਕਰਕੇ ਰਸੋਈ ਵਿੱਚ ਬੇਰੌਣਕ ਸੀ, ਪਰ ਮੇਰਾ ਦਿਲ ਚਿੜੀ ਦੀ ਸੰਗਤ ਕਾਰਨ ਅਨੂਠੇ ਵਿਸਮਾਦ ਨਾਲ ਆਬਾਦ ਸੀ। ਇਹਨਾਂ ਦਿਨਾਂ ਵਿੱਚ ਮੈਂ ਆਪਣੇ ਮਨ ਅੰਦਰ ਭਰਮ ਭੁਲੇਖਿਆਂ ਦੀਆਂ ਅਨੇਕਾਂ ਜੰਜੀਰਾਂ ਟੁੱਟਦੀਆਂ ਸੁਣੀਆਂ ਅਤੇ ਆਪਣੇ ਮਨ ਦੀ ਕੈਦ ਵਿੱਚੋਂ ਹਉਮੈ ਅਤੇ ਅਣਖ ਦੇ ਪਰਿੰਦੇ ਰਿਹਾ ਹੁੰਦੇ ਵੇਖੇ ਅਤੇ ਆਪਣੇ ਆਪ ਨੂੰ ਮੁਕਤੀ ਦੇ ਇੱਕ ਅਣਹੱਦ ਰਾਗ ਵਿੱਚ ਗੂੰਜਦਿਆਂ ਇਹ ਮਹਿਸੂਸ ਕੀਤਾ ਕਿ ਸੁਹਿਰਦ ਯਤਨਾਂ ਵਿੱਚ ਕਰਾਮਾਤ ਵਸਦੀ ਹੈ। ਮਹਿਸੂਸ ਹੋਇਆ ਕਿ ਪੰਛੀ ਦੀ ਉਡਾਨ ਨਾ ਉਸ ਦੇ ਖੰਭਾਂ ਵਿੱਚ ਹੁੰਦੀ ਹੈ, ਨਾ ਹੀ ਅਸਮਾਨ ਵਿੱਚ। ਖੰਭ ਅਤੇ ਅੰਬਰ ਬਾਹਰਲੀਆਂ ਸ਼ਰਤਾਂ ਹਨ, ਪੰਛੀ ਦੀ ਉਡਾਨ ਉਸ ਦੇ ਅੰਦਰ ਹੁੰਦੀ ਹੈ।
ਮੈਂ ਚਿੜੀ ਦੀ ਉਡਾਨ ਵਿੱਚ ਵਿਘਨ ਨੂੰ ਦੂਰ ਕਰਨ ਦਾ ਯਤਨ ਕਰ ਰਿਹਾ ਸਾਂ। ਲਗਭਗ 1 ਹਫ਼ਤੇ ਮਗਰੋਂ ਚਿੜੀ ਹਿੱਲਣ ਜੁਲਣ ਲੱਗ ਪਈ ਅਤੇ ਸਾਡਾ ਰਿਸ਼ਤਾ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਘਰ ਉਸਦਾ ਸੀ ਅਤੇ ਮੈਂ ਮਹਿਮਾਨ ਸਾਂ। ਮੈਨੂੰ ਆਨੰਦ ਆ ਰਿਹਾ ਸੀ। ਵੇਖਿਆ ਹੈ ਜੇ ਕੰਮ ਵਿੱਚੋਂ ਆਨੰਦ ਲਵੋ ਤਾਂ ਕੰਮ ਆਪੇ ਨਿਬੜ ਜਾਂਦਾ ਹੈ ਅਤੇ ਜਦੋਂ ਕਿਸੇ ਕੰਮ ਵਿੱਚੋਂ ਆਨੰਦ ਮਿਲਣ ਲੱਗ ਜਾਵੇ ਤਾਂ ਅਸੀਂ ਕਿਸੇ ਕਿਸਮ ਦੇ ਇਨਾਮ ਜਾਂ ਫਲ ਜਾਂ ਧੰਨਵਾਦ ਦੀ ਆਸ ਹੀ ਨਹੀਂ ਕਰਦੇ। ਕੁਝ ਦਿਨਾਂ ਵਿੱਚ ਸਥਿਤੀ ਸਹਿਜ ਹੋ ਗਈ ਸੀ, ਜਿਵੇਂ ਉਚਾਣਾ ਨਿਵਾਣਾ ਵਿੱਚੋਂ ਲੰਘ ਕੇ ਦਰਿਆ ਸਹਿਜ ਹੋ ਜਾਂਦਾ ਹੈ। ਮੈਨੂੰ ਉਸਦਾ ਧਿਆਨ ਰੱਖਣ ਦੀ, ਉਸ ਨਾਲ ਗੱਲਾਂ ਕਰਨ ਦੀ ਆਦਤ ਪੈ ਗਈ ਸੀ। ਚੰਗੀ ਚੀਜ਼ ਛੋਟੀ ਹੋਣ ਕਰਕੇ ਹੋਰ ਚੰਗੀ ਲੱਗਣ ਲੱਗ ਪੈਂਦੀ ਹੈ। ਉਹ ਨਿੱਕੀਆਂ ਉਡਾਣਾਂ ਭਰਨ ਲੱਗ ਪਈ ਸੀ, ਜਿਵੇਂ ਮੇਰੀ ਧੀ ਪ੍ਰਾਇਮਰੀ ਸਕੂਲ ਤੋਂ ਹਾਈ ਸਕੂਲ ਪਹੁੰਚ ਗਈ ਹੋਵੇ। ਲਗਭਗ 2 ਹਫ਼ਤਿਆਂ ਮਗਰੋਂ ਮੈਂ ਉਸ ਨੂੰ ਵਿਦਾ ਕਰਨ ਦਾ ਦਿਨ ਮਿੱਥ ਲਿਆ ਸੀ। ਮਿੱਥੇ ਹੋਏ ਦਿਨ ਉਹ ਨਿਮਾਣੀ ਜਿਹੀ ਹੋ ਕੇ ਉੱਡ ਗਈ। ਦਿਲ ਕੀਤਾ ਉਸ ਦੇ ਨਾਲ ਉੱਡ ਜਾਵਾਂ। ਬਿਲਕੁਲ ਉਵੇਂ ਲੱਗਿਆ ਜਿਵੇਂ ਧੀ ਨੂੰ ਵਿਦਾ ਕਰਨ ਵੇਲੇ ਲੱਗਿਆ ਸੀ। ਉਸ ਦੇ ਵਿਦਾ ਹੋਣ ਨਾਲ ਮੇਰੀ ਝੋਲੀ ਧੰਨਵਾਦ ਅਤੇ ਆਨੰਦ ਨਾਲ ਭਰ ਗਈ ਸੀ। ਉਦਾਸੀ ਦੀ ਡੂੰਘਾਈ ਵਿੱਚ ਇਹ ਪ੍ਰਸੰਨਤਾ ਵਾਲੀ ਸਿਖਰ ਸੀ। ਜਦੋਂ ਅਸੀਂ ਕਿਸੇ ਅਜਨਬੀ ਨੂੰ ਮਿਲਦੇ ਹਾਂ ਤਾਂ ਅਸੀਂ ਉਸ ਨੂੰ ਅਧੂਰਾ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਪੂਰਾ, ਪਰ ਜਦੋਂ ਉਸ ਨਾਲ ਸਾਂਝਾ ਉਸਾਰਨ ਉਪਰੰਤ ਵਿਛੜਦੇ ਹਾਂ ਤਾਂ ਉਸ ਨੂੰ ਪੂਰਾ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਅਧੂਰਾ। ਚਿੜੀ ਨਾਲ ਗੁਜ਼ਾਰੇ ਨਿੱਕੇ ਪਲ ਮੇਰੇ ਕਈ ਵੱਡੇ ਸਵਾਲਾਂ ਦੇ ਜਵਾਬ ਦੇ ਗਏ। ਜਿਵੇਂ ਹਰ ਚੀਜ਼ ਦਾ ਤੰਦਰੁਸਤ ਰੂਪ ਹੁੰਦਾ ਹੈ, ਉਵੇਂ ਹੀ ਹਰ ਚੀਜ਼ ਦਾ ਬਿਮਾਰ ਰੂਪ ਵੀ ਹੁੰਦਾ ਹੈ। ਚੋਣ ਐਸੀ ਕਰਨੀ ਹੁੰਦੀ ਹੈ। ਜਦੋਂ ਸਾਨੂੰ ਕਿਸੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਤਾਂ ਅਸੀਂ ਜਵਾਬ ਅਤੇ ਸਵਾਲ ਦੋਵੇਂ ਤਿਆਗ ਦਿੰਦੇ ਹਾਂ ਅਤੇ ਸਾਡੀ ਸੂਝ ਇੱਕ ਕਦਮ ਅੱਗੇ ਹੋ ਜਾਂਦੀ ਹੈ। ਵੇਖਿਆ ਹੈ ਕਿ ਆਪਣੇ ਝੂਠ ਛਲਾਵਿਆਂ ਵਿੱਚ ਉਲਝੀ ਸਾਡੀ ਬਿਰਤੀ ਸਾਡੀ ਦ੍ਰਿਸ਼ਟੀ ਨੂੰ ਨਿਖਰ ਨਹੀਂ ਦਿੰਦੀ। ਮਨੁੱਖ ਕੋਲ ਸਭ ਕੁਝ ਹੋਣ ਦੇ ਬਾਵਜੂਦ ਉਸ ਦੇ ਦੁਖੀ ਹੋਣ ਦਾ ਇਹੀ ਕਾਰਨ ਹੈ। ਚਿੜੀ ਨਾਲ ਵਿਚਰਦਿਆਂ ਮੈਂ ਆਪ ਗੁਆਚ ਗਿਆ। ਮੇਰੀ ਮੈਂ ਮਿਟ ਗਈ ਅਤੇ ਉਹ ਤੇ ਮੈਂ ਐਸੀ ਹੋ ਗਏ। ਉਸ ਦੀਆਂ ਮੁਸ਼ਕਲਾਂ ਵੇਖ ਕੇ ਮੇਰੀਆਂ ਆਪਣੀਆਂ ਮੁਸ਼ਕਲਾਂ ਪੁੱਲ ਥੱਲੋਂ ਪਾਣੀ ਵਾਂਗ ਲੰਘ ਗਈਆਂ। ਚਿੜੀ ਦੀਆਂ ਪਰੇਸ਼ਾਨੀਆਂ ਵਿੱਚ ਮੇਰੀਆਂ ਉਦਾਸੀਆਂ ਗੁਆਚ ਗਈਆਂ। ਮਹਿਸੂਸ ਕੀਤਾ ਹੈ ਕਿ ਸਬਰ ਸੰਤੋਖ ਨਾਲ ਕੀਤੀ ਮਿਹਨਤ ਦਾ ਰਾਹ ਲੰਮਾ ਹੈ, ਪਰ ਇਸ ਉੱਤੇ ਫਲਾਂ ਦੇ ਰੁੱਖ ਬਹੁਤ ਹਨ। ਜਿਹੜੇ ਰਸਤੇ ਛੋਟੇ ਲੱਗਦੇ ਹਨ ਉਹ ਰਸਤੇ ਨਹੀਂ ਹੁੰਦੇ। ਰਸਤਿਆਂ ਦਾ ਕੇਵਲ ਛਲਾਵਾ ਅਤੇ ਭਰਮ ਹੁੰਦੇ ਹਨ। ਜਦੋਂ ਕੁਦਰਤ ਦੇਣ ਲੱਗਦੀ ਹੈ ਤਾਂ ਕਿਸੇ ਹੋਰ ਵੱਲੋਂ ਦਿੱਤੇ ਜਾਣ ਲਈ ਜਗ੍ਹਾ ਹੀ ਨਹੀਂ ਬਚਦੀ। ਕੁਦਰਤ ਦਿੰਦੀ ਹੀ ਹੈ। ਮੀਂਹ ਵਾਂਗ ਲੈਣਾ ਸਿੱਖਣ ਦੀ ਲੋੜ ਹੈ। ਧਰਤੀ ਵਾਂਗ ਜਦੋਂ ਕੁਦਰਤ ਦਿੰਦੀ ਹੈ ਤਾਂ ਇਹ ਨਹੀਂ ਪੁੱਛਦੀ ਕਿ ਤੂੰ ਕਿਸ ਦਾ ਪੁੱਤਰ ਹੈ, ਤੂੰ ਕਿਸ ਦੀ ਧੀ ਹੈ। ਅਸੀਂ ਉਹ ਨਹੀਂ ਗਿਣਦੇ ਜੋ ਮਿਲਿਆ ਹੋਇਆ ਹੈ, ਉਹ ਹੀ ਗਿਣਦੇ ਹਾਂ ਜੋ ਮਿਲਿਆ ਨਹੀਂ। ਅਸੀਂ ਪਰਮਾਤਮਾ ਦਾ ਅਤੀਤ ਹਾਂ, ਪਰਮਾਤਮਾ ਸਾਡਾ ਭਵਿੱਖ ਹੈ। ਜਿੱਥੇ ਸਾੜਾ, ਈਰਖਾ ਅਤੇ ਵੈਰ ਵਿਰੋਧ ਸਭ ਗੁਆਚ ਜਾਂਦੇ ਹਨ, ਉਸ ਅਵਸਥਾ ਨੂੰ ਆਨੰਦ ਕਹਿੰਦੇ ਹਨ। ਧੰਨਵਾਦ ਅਤੇ ਆਨੰਦ ਨਾਲ ਹਿਰਦਾ ਕੋਮਲ ਹੁੰਦਾ ਹੈ। ਕੋਮਲਤਾ ਹੀ ਹਿਰਦੇ ਦੀ ਮਜ਼ਬੂਤੀ ਹੈ। ਪਰਮਾਤਮਾ ਦੇ ਹੱਥ ਸਦਾ ਦੇਣਾ ਚਾਹੁੰਦੇ ਹਨ। ਉਸ ਨੂੰ ਸਾਡੀ ਕਿਸੇ ਚੀਜ਼ ਦੀ ਲੋੜ ਨਹੀਂ। ਸਾਡੇ ਚਿਹਰਿਆਂ ਉੱਤੇ ਚਿੰਤਾ ਦੀ ਉਦਾਸੀ ਇਸ ਲਈ ਹੈ ਕਿਉਂਕਿ ਸਾਡੇ ਲੈਣ ਵਾਲੇ ਹੱਥ ਬੰਦ ਹਨ। ਇਸ ਲਈ ਰੱਬ ਵੱਲੋਂ ਦੇਣ ਦਾ ਉਪਾਅ ਨਹੀਂ ਬਣ ਰਿਹਾ। ਜਿਸ ਦਿਨ ਸਾਡਾ ਹਿਰਦਾ ਖੁੱਲ੍ਹੇਗਾ ਉਸੇ ਪਲ ਉਸ ਦਾ ਦਾਨ ਆਰੰਭ ਹੋ ਜਾਵੇਗਾ। ਸ਼ਿਕਾਇਤਾਂ ਨਹੀਂ, ਧੰਨਵਾਦ ਕਰਨ ਦੀ ਲੋੜ ਹੈ। ਕੋਈ ਨਿੱਕਾ ਜਿਹਾ ਹਾਦਸਾ ਵਾਪਰਨ 'ਤੇ ਵੀ ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਰੱਬ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਇੱਕ ਵਾਰੀ ਲਾਨ ਟੈਨਿਸ ਦੇ ਇੱਕ ਵਿਸ਼ਵ ਚੈਂਪੀਅਨ ਨੂੰ ਇੱਕ ਮਾਰੂ ਰੋਗ ਨੇ ਗ੍ਰਸ ਲਿਆ। ਉਸ ਦੇ ਪ੍ਰੇਮੀਆਂ ਦੇ ਲੱਖਾਂ ਖੱਤ ਆਏ, ਜਿਨ੍ਹਾਂ ਵਿੱਚੋਂ ਕਈਆਂ ਨੇ ਲਿਖਿਆ ਕਿ ਆਖਰ ਪਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ। ਉਸ ਚੈਂਪੀਅਨ ਦੇ ਜਵਾਬ ਵਿੱਚ ਡੂੰਘੀ ਸੂਝ ਤੇ ਝਲਕਾਰੇ ਸਨ। ਉਸਨੇ ਕਿਹਾ,
ਕਿ ਹਰ ਸਾਲ 5 ਲੱਖ ਨਵੇਂ ਲੋਕ ਟੈਨਿਸ ਖੇਡਣ ਦਾ ਯਤਨ ਕਰਦੇ ਹਨ। 50,000 ਖੇਡਦੇ ਰਹਿੰਦੇ ਹਨ। 5,000 ਖੇਡਣ ਵਿੱਚ ਨਿਪੁੰਨ ਹੋ ਜਾਂਦੇ ਹਨ। 500 ਮੁਕਾਬਲਿਆਂ ਲਈ ਚੁਣੇ ਜਾਂਦੇ ਹਨ। 50 ਅੰਤਰਰਾਸ਼ਟਰੀ ਪੱਧਰ ਤੇ ਪਹੁੰਚਦੇ ਹਨ। 5 ਅੰਤਲੇ ਮੁਕਾਬਲੇ ਵਿੱਚ ਭਿੜਦੇ ਹਨ ਅਤੇ ਇੱਕ ਵਿਸ਼ਵ ਚੈਂਪੀਅਨ ਬਣਦਾ ਹੈ। ਜਦੋਂ ਮੈਂ ਵਿਸ਼ਵ ਚੈਂਪੀਅਨ ਬਣਿਆ ਸਾਂ ਤਾਂ ਉਸ ਵੇਲੇ ਵੀ ਪੁੱਛਣ ਦੀ ਲੋੜ ਸੀ ਕਿ ਆਖਰ ਰੱਬ ਨੇ ਮੈਨੂੰ ਹੀ ਵਿਸ਼ਵ ਚੈਂਪੀਅਨ ਕਿਉਂ ਬਣਾਇਆ। ਜੇ ਰੱਬ ਉਦੋਂ ਠੀਕ ਸੀ ਤਾਂ ਹੁਣ ਵੀ ਠੀਕ ਹੈ। ਜੇ ਦ੍ਰਿਸ਼ਟੀ ਵਿਸ਼ਾਲ ਕਰ ਲਵੋ ਤਾਂ ਸਾਰੇ ਵਿਰੋਧਾਂ ਦੇ ਰਲ ਕੇ ਬੈਠਣ ਦੀ ਥਾਂ ਬਣ ਜਾਂਦੀ ਹੈ। ਜਿਵੇਂ ਵਿਸ਼ਾਲ ਸਟੇਡੀਅਮ ਵਿੱਚ ਵਿਰੋਧੀ ਟੀਮਾਂ ਅਤੇ ਉਹਨਾਂ ਦੇ ਹਮਾਇਤੀਆਂ ਲਈ ਵੀ ਖੁੱਲ੍ਹੀ ਥਾਂ ਹੁੰਦੀ ਹੈ। ਜਿੱਤਾਂ ਹਾਰਾਂ ਜ਼ਿੰਦਗੀ ਦੀ ਹਰੇਕ ਖੇਡ ਦਾ ਲਾਜ਼ਮੀ ਅੰਗ ਹਨ, ਪਰ ਕੋਈ ਵੀ ਹਾਰ ਜਾਂ ਮੁਸੀਬਤ ਸਦੀਵੀ ਨਹੀਂ ਹੁੰਦੀ। ਮੁਸੀਬਤ ਦੀ ਵੀ ਬਦਕਿਸਮਤੀ ਵਾਂਗ ਮਿਆਦ ਹੁੰਦੀ ਹੈ। ਢਾਹੂ ਸੋਚ ਕਾਰਨ ਨਿੱਕੀ ਜਿਹੀ ਮੁਸੀਬਤ ਵੀ ਦੁੱਖ ਬਣ ਜਾਂਦੀ ਹੈ। ਜੇ ਉਸਾਰੂ ਸੋਚਾਂ ਦੇ ਸੰਗ ਰਿਹਾ ਜਾਵੇ ਤਾਂ ਮੁਸੀਬਤ ਵੀ ਵਰਦਾਨ ਬਣ ਜਾਂਦੀ ਹੈ। ਮਿਲਟਨ ਨੇ ਅੰਨ੍ਹੇਪਨ ਵਿੱਚ ਵੀ ਵਿਸ਼ਾਲ ਨਜ਼ਾਰੇ ਵੇਖੇ ਸਨ। ਥੀਥੋਵਨ ਨੇ ਆਪਣੇ ਬੋਲੇਪਨ ਵਿੱਚੋਂ ਵੀ ਰੂਹਾਨੀ ਸੰਗੀਤ ਦੀਆਂ ਗੂੰਜਾਂ ਸੁਣੀਆਂ ਸਨ। ਕਦੇ ਵੀ ਹੌਸਲਾ ਨਾ ਛੱਡੋ, ਕਿਉਂਕਿ ਕਈ ਵਾਰੀ ਜਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ। ਕਦਮ ਭਾਵੇਂ ਨਿੱਕੇ ਹੀ ਹੋਣ, ਪਰ ਜੇ ਚੱਲਦੇ ਰਹਿਣ ਤਾਂ ਮਨੁੱਖ ਉਲਝਣਾਂ ਦੇ ਜੰਗਲ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਇੱਕੋ ਕਦਮ ਨਾਲ ਸਿਖਰ ਤੇ ਪਹੁੰਚ ਜਾਣ ਦੀ ਕਾਹਲ ਹਮੇਸ਼ਾ ਨਿਰਾਸ਼ਤਾ ਉਪਜਾਉਂਦੀ ਹੈ। ਨਿਰਾਸ਼ਤਾ ਦੇ ਅਨੇਕਾਂ ਰੂਪ ਹਨ, ਜਿਵੇਂ ਪਾਣੀਆਂ ਤੋਂ ਬਿਨਾਂ ਦਰਿਆ, ਫਸਲਾਂ ਤੋਂ ਬਿਨਾਂ ਖੇਤ, ਸਾਂਝ ਤੋਂ ਬਿਨਾਂ ਰਿਸ਼ਤੇ, ਆਸ ਉਮੀਦ ਤੋਂ ਬਿਨਾਂ ਜੀਵਨ, ਹਮਦਰਦੀ ਤੋਂ ਬਿਨਾਂ ਸੇਵਾ ਅਤੇ ਪਿਆਰ ਤੋਂ ਸੱਖਣੇ ਘਰ। ਹਰੇਕ ਨਿੱਛ ਨਾਲ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਹਰੇਕ ਬੋਲ ਬੁਲਾਰੇ ਨਾਲ ਵਕੀਲ ਵੱਲ ਭੱਜਣ ਦੀ ਜ਼ਰੂਰਤ ਨਹੀਂ। ਪਰਿਵਾਰ ਦੀ ਇੱਕ ਮੁੱਠ ਸ਼ਕਤੀ ਨਾਲੋਂ ਕੋਈ ਮਜ਼ਬੂਤੀ ਵੱਡੀ ਨਹੀਂ ਹੁੰਦੀ। ਵੱਡਿਆਂ ਦਾ ਹੁਕਮ ਮੰਨੋ, ਛੋਟੇ ਤੁਹਾਡਾ ਹੁਕਮ ਮੰਨਣਗੇ। ਜੇ ਕਾਰ ਵਿੱਚ ਹਰੇਕ ਸਵਾਰੀ ਦੇ ਅੱਗੇ ਹੈਂਡਲ ਹੋਵੇ ਤਾਂ ਅਨੁਮਾਨ ਲਾਓ ਕਿ ਉਹ ਕਿਵੇਂ ਚੱਲੇਗੀ ਅਤੇ ਕਿੱਥੇ ਪਹੁੰਚੇਗੀ। ਸਬਰ, ਧੀਰਜ, ਖਿਮਾ ਅਤੇ ਕੁਰਬਾਨੀ ਬਿਨਾਂ ਪਰਿਵਾਰ ਸ਼ਕਤੀਸ਼ਾਲੀ ਨਹੀਂ ਬਣਦੇ। ਸਮਾਜ, ਦੇਸ਼ ਅਤੇ ਸੰਸਾਰ ਪਰਿਵਾਰ ਦਾ ਹੀ ਵਿਸਥਾਰ ਹਨ। ਪਰਿਵਾਰ ਵਿੱਚ ਪਿਤਾ ਪਾਣੀਆਂ ਵਾਂਗ ਲੰਮੇ ਵਹਿਣਾਂ ਵਿੱਚ ਬੋਲਦਾ ਹੈ ਅਤੇ ਮਾਂ ਹਵਾ ਦੇ ਨਿੱਕੇ ਨਿੱਕੇ ਹਵਾਲਿਆਂ ਨਾਲ ਗੱਲ ਕਰਦੀ ਹੈ। ਪਰਿਵਾਰਾਂ ਅੰਦਰ ਜਦੋਂ ਸਾੜੇ, ਵਿਰੋਧ ਅਤੇ ਈਰਖਾ ਕਾਰਨ ਸੁੰਨ ਵਰਤ ਜਾਂਦੀ ਹੈ ਤਾਂ ਅਸੀਂ ਆਲੇ ਦੁਆਲੇ ਨੂੰ ਮਹਿੰਗੀਆਂ ਚੀਜ਼ਾਂ ਦੀ ਆਰਜ਼ੀ ਰੌਣਕ ਨਾਲ ਭਰਨ ਦਾ ਅਸਫਲ ਉਪਰਾਲਾ ਕਰਦੇ ਹਾਂ। ਦੁਰਭਾਗਵਸ਼ ਬੇਸਬਰਾ ਅਜੋਕਾ ਮਨੁੱਖ ਰੱਬ ਤੋਂ ਨਹੀਂ ਡਰਦਾ, ਨਿੱਕੀਆਂ ਨਿੱਕੀਆਂ ਬਿਮਾਰੀਆਂ ਤੋਂ ਡਰਦਾ ਹੈ। ਨਿਰਸੰਦੇਹ ਸਬਰ ਆਪਣਿਆਂ ਤੋਂ ਨੀਵਿਆਂ ਨੂੰ ਵੇਖ ਕੇ ਹੀ ਆਵੇਗਾ। ਹਰੇਕ ਵਿਅਕਤੀ ਇੱਕੋ ਵੇਲੇ ਕਿਸੇ ਤੋਂ ਉੱਚਾ ਵੀ ਹੁੰਦਾ ਹੈ ਅਤੇ ਕਈਆਂ ਤੋਂ ਨੀਵਾਂ ਵੀ ਹੁੰਦਾ ਹੈ। ਵਾਸਤਵ ਵਿੱਚ ਛੋਟੇ ਤੇ ਵੱਡੇ ਦਾ ਅੰਤਰ ਸਾਡੀ ਕਲਪਨਾ ਵਿੱਚ ਹੈ। ਬੂੰਦ ਅਤੇ ਸਾਗਰ ਇੱਕ ਹੀ ਹਨ। ਕੰਕਰ ਅਤੇ ਪਹਾੜ ਇੱਕ ਹੀ ਹਨ। ਕਣੀ ਅਤੇ ਮੀਂਹ ਇੱਕ ਹੀ ਹਨ। ਨਿਰਸੰਦੇਹ ਸਭ ਤੋਂ ਵੱਡਾ ਬੋਝ ਦੁੱਖ ਅਤੇ ਉਦਾਸੀ ਦਾ ਹੁੰਦਾ ਹੈ। ਪਰ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਵੰਗਾਰ ਇਹ ਸਵੀਕਾਰ ਕਰਨ ਵਿੱਚ ਹੈ ਕਿ ਅਨਿਆਏ ਜੀਵਨ ਦਾ ਭਾਗ ਹੈ ਅਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਯਥਾਰਥ ਹਨ। ਗਰੀਬੀ ਛੋਟੇ ਘਰ ਵਿੱਚ ਰਹਿਣ ਨੂੰ ਨਹੀਂ, ਛੋਟੀ ਦੁਨੀਆ ਵਿੱਚ ਛੋਟੀਆਂ ਸੋਚਾਂ ਨਾਲ ਰਹਿਣ ਨੂੰ ਕਹਿੰਦੇ ਹਨ। ਵਖਰੇਵਿਆਂ ਨੂੰ ਸਵੀਕਾਰ ਕਰਨ ਨਾਲ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ। ਕੁਝ ਅਰਸਾ ਪਹਿਲਾਂ ਸੰਯੁਕਤ ਰਾਸ਼ਟਰ ਵੱਲੋਂ ਇੱਕ ਸਰਵੇਖਣ ਲਈ ਵੱਖਰੇ ਵੱਖਰੇ ਮਹਾਂਦੀਪਾਂ ਵਿੱਚ ਵਸਦੇ ਲੋਕਾਂ ਤੋਂ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਤੁਸੀਂ ਬਾਕੀ ਦੇ ਸੰਸਾਰ ਵਿੱਚ ਭੋਜਨ ਦੀ ਥੁੜ ਬਾਰੇ ਆਪਣਾ ਮਤ ਪ੍ਰਗਟਾਉਣ ਦੀ ਕਿਰਪਾ ਕਰੋਗੇ। ਅਫਰੀਕਾ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਭੋਜਨ ਕੀ ਹੁੰਦਾ ਹੈ। ਪੱਛਮੀ ਯੂਰਪ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀ ਥੁੜ ਕੀ ਹੁੰਦੀ ਹੈ। ਪੂਰਬੀ ਯੂਰਪ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਤ ਪ੍ਰਗਟਾਉਣਾ ਕੀ ਹੁੰਦਾ ਹੈ।
ਏਸ਼ੀਆ ਵਿੱਚ ਲੋਕਾਂ ਨੇ ਕਿਹਾ ਕਿ ਕਿਰਪਾ ਕੀ ਹੁੰਦੀ ਹੈ। ਅਮਰੀਕਾ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਬਾਕੀ ਦਾ ਸੰਸਾਰ ਕੀ ਹੁੰਦਾ ਹੈ। ਹਰ ਵਰਤਾਰੇ ਸੰਬੰਧੀ ਹਰ ਮਹਾਂਦੀਪ ਦੀ ਸਥਿਤੀ ਵੱਖਰੀ ਹੈ। ਵਖਰੇਵੇਂ ਜ਼ਿੰਦਗੀ ਨੂੰ ਦਿਲਚਸਪ ਬਣਾਉਂਦੇ ਹਨ ਅਤੇ ਵਖਰੇਵਿਆਂ ਕਾਰਨ ਹੀ ਪਰਿਵਰਤਨ ਵਾਪਰਦੇ ਹਨ। ਲੋੜ ਇਸ ਗੱਲ ਦੀ ਹੈ ਕਿ ਪਰਿਵਰਤਨ ਵਾਪਰੇ। ਜਿਨ੍ਹਾਂ ਸਮਾਜਾਂ ਅਤੇ ਦੇਸ਼ਾਂ ਵਿੱਚ ਪਰਿਵਰਤਨ ਵਾਪਰਦਾ ਹੈ ਉਹੀ ਵਿਕਾਸ ਕਰਦੇ ਹਨ, ਉਹੀ ਖੁਸ਼ਹਾਲ ਹੁੰਦੇ ਹਨ। ਜੇ ਮਨ ਖੁੱਲ੍ਹਾ ਰੱਖਿਆ ਜਾਵੇ ਤਾਂ ਕਈ ਵਾਰੀ ਪਰਿਵਰਤਨ ਕਰਾਮਾਤ ਵਾਂਗ ਵਾਪਰਦਾ ਹੈ। ਮੇਰੀ ਇੱਕ ਜਮਾਤਨ ਸੀ ਜਿਹੜੀ ਪੜ੍ਹਾਈ ਮੁਕਾਉਂਦਿਆਂ ਹੀ ਇੱਕ ਵੱਡੀ ਕੰਪਨੀ ਵਿੱਚ ਬੜੀ ਚੰਗੀ ਤਨਖਾਹ 'ਤੇ ਲੱਗ ਗਈ ਸੀ। ਪਰ ਉਸ ਬਾਰੇ ਇਹ ਗੱਲ ਬੜੀ ਅਜੀਬ ਸੀ ਕਿ ਉਹ ਕਦੇ ਖੁਸ਼ ਨਜ਼ਰ ਨਹੀਂ ਸੀ ਆਈ। ਉਸ ਨੂੰ ਮਿਲ ਕੇ ਹਰ ਕੋਈ ਉਦਾਸ ਹੋ ਜਾਂਦਾ ਸੀ। ਉਹ ਜਦੋਂ ਕਲਾਸ ਵਿੱਚ ਆਉਂਦੀ ਸੀ ਤਾਂ ਵਾਤਾਵਰਨ ਪੂਰਨ ਭਾਂਤ ਸੋਗੀ ਹੋ ਜਾਂਦਾ ਸੀ। ਉਸ ਦੀ ਸਣਕੀ ਬਿਰਤੀ ਅਤੇ ਸੋਗੀ ਦ੍ਰਿਸ਼ਟੀ ਗਿੱਧੇ ਨੂੰ ਸਿਆਪਾ ਬਣਾ ਦਿੰਦੀ ਸੀ। ਲੱਗਦਾ ਸੀ ਉਸ ਕੋਲ ਪ੍ਰਸ਼ਨ ਕਰਨ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਉਹ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਅਤੇ ਇਕਲੌਤੀ ਸੰਤਾਨ ਵਾਂਗ ਉਸ ਵਿੱਚ ਬਚਪਨ ਵਿੱਚ ਹੀ ਹਰੇਕ ਚੀਜ਼ ਬਾਰੇ ਸ਼ਿਕਾਇਤਾਂ ਲਾਉਣ ਅਤੇ ਨੁਕਸ ਕੱਢਣ ਦੀ ਆਦਤ ਪੈ ਗਈ ਸੀ। ਕੋਈ ਉਸ ਦੇ ਘਰ ਨਹੀਂ ਸੀ ਜਾਂਦਾ, ਨਾ ਹੀ ਕੋਈ ਉਸ ਨੂੰ ਆਪਣੇ ਘਰ ਬੁਲਾਉਂਦਾ ਸੀ। ਸੋ ਉਸ ਦੀ ਦ੍ਰਿਸ਼ਟੀ ਹੋਰ ਸੁੰਗੜਦੀ ਗਈ। ਸਮਝੌਤੇ ਦੀ ਬਿਰਤੀ ਤੋਂ ਬਿਨਾਂ ਵਿਆਹ ਸੰਭਵ ਨਹੀਂ ਹੁੰਦਾ, ਸੋ ਉਹ ਇਕੱਲੀ ਹੀ ਰਹਿੰਦੀ ਸੀ। ਇੱਕ ਵਾਰੀ ਮੈਂ ਉਸ ਦੇ ਵੱਡੇ ਸ਼ਹਿਰ ਗਿਆ ਜਿੱਥੇ ਮੀਂਹ ਕਾਰਨ ਇੱਕ ਵੱਡੀ ਦੁਕਾਨ ਦੇ ਬਾਹਰ ਖਲੋਤਾ ਸਾਂ ਅਤੇ ਮੀਂਹ ਬੰਦ ਹੋਣ ਦੀ ਉਡੀਕ ਕਰ ਰਿਹਾ ਸਾਂ। ਪਤਾ ਨਹੀਂ ਕਿਵੇਂ ਅਤੇ ਕਿੱਥੋਂ ਉਹ ਜਮਾਤਨ ਆ ਗਈ। ਉਸ ਨੂੰ ਵੇਖਦਿਆਂ ਹੀ ਮੇਰਾ ਪਹਿਲਾ ਯਤਨ ਉੱਥੋਂ ਭੱਜ ਜਾਣ ਦਾ ਸੀ, ਕਿਉਂਕਿ ਉਸਨੇ ਢਹਿੰਦੀ ਕਲਾ ਦਾ ਦਾਜ ਵਿਖਾਉਣ ਲੱਗ ਪੈਣਾ ਸੀ। ਪਰ ਮੈਂ ਦੌੜ ਨਾ ਸਕਿਆ। ਉਸਨੇ ਪੁਰਾਣੇ ਰਿਸ਼ਤੇ ਦੇ ਦਾਅਵੇ ਅਤੇ ਦਾਈਏ ਨਾਲ ਮੇਰਾ ਹੱਥ ਫੜ ਲਿਆ, ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਉਸਨੂੰ ਖੁਸ਼ੀ ਨਾਲ ਖਿੜੀ ਹੋਈ ਵੇਖਿਆ। ਮੈਂ ਕਿਹਾ, ਇੱਕ ਕੰਮ ਆਇਆ ਸਾਂ। ਕਹਿਣ ਲੱਗੀ, ਕੰਮ ਫੇਰ ਕਰ ਲਈ, ਆ ਰਲ ਕੇ ਖਾਣਾ ਖਾਈਏ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਇੰਝ ਲੱਗਿਆ ਜਿਵੇਂ ਕੋਈ ਮਲਬਾ ਮੁੜ ਮਹਿਲ ਬਣ ਗਿਆ ਹੋਵੇ। ਉਸਦੇ ਚਿਹਰੇ 'ਤੇ ਖੁਸ਼ੀ ਵੇਖਣ ਦਾ ਇਹ ਮੇਰਾ ਪਹਿਲਾ ਤਜਰਬਾ ਸੀ। ਮੈਂ ਕਿਹਾ, ਮੀਂਹ ਪੈ ਰਿਹਾ ਹੈ। ਕਹਿਣ ਲੱਗੀ, ਕਿਸੇ ਦੁਕਾਨ ਤੋਂ ਛਤਰੀ ਖਰੀਦ ਲੈਂਦੇ ਹਾਂ। ਮੈਂ ਕਿਹਾ, ਇੱਥੇ ਕੋਈ ਟੈਕਸੀ ਨਹੀਂ। ਕਹਿਣ ਲੱਗੀ, ਤਾਂ ਕੀ ਹੋਇਆ, ਪੈਦਲ ਚੱਲ ਪਵਾਂਗੇ। ਮੈਂ ਹੈਰਾਨ ਸਾਂ ਕਿ ਇਸ ਸਦਾ ਸੋਗੀ ਜਮਾਤਨ ਵਿੱਚ ਇਹ ਪਰਿਵਰਤਨ ਕਿਵੇਂ ਵਾਪਰਿਆ। ਮੈਂ ਪੁੱਛਿਆ, ਤੂੰ ਇਤਨਾ ਬਦਲ ਕਿਵੇਂ ਗਈ? ਤੇਰੀ ਜ਼ਿੰਦਗੀ ਵਿੱਚ ਇਤਨਾ ਜੋਸ਼ ਕਿਵੇਂ ਉਪਜ ਪਿਆ? ਉਸਨੇ ਕਿਹਾ, ਇੱਕ ਮੰਗਤੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਇੱਕ ਮੰਗਤੇ ਨੇ? ਹਾਂ, ਇੱਕ ਮੰਗਤੇ ਨੇ। ਉਸਨੇ ਦੱਸਿਆ, ਇੱਕ ਬੁੱਢਾ ਮੰਗਤਾ ਮੇਰੇ ਘਰ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ 5 ਸਾਲ ਦੀ ਆਪਣੀ ਦੋਹਤੀ ਨਾਲ ਰਹਿੰਦਾ ਸੀ। ਮੈਂ ਆਪਣੀ ਬਚੀ ਹੋਈ ਦਾਲ ਰੋਟੀ ਉਸ ਨੂੰ ਦੇ ਦਿਆ ਕਰਦੀ ਸਾਂ। ਮੈਂ ਉਸ ਨਾਲ ਕਦੇ ਗੱਲ ਨਹੀਂ ਸੀ ਕੀਤੀ। ਮੌਨਸੂਨ ਦੇ ਆਰੰਭ ਵਿੱਚ ਇੱਕ ਦਿਨ ਸਵੇਰੇ ਜਦੋਂ ਮੈਂ ਆਪਣੇ ਸੌਣ ਵਾਲੇ ਕਮਰੇ ਦੀ ਬਾਰੀ ਵਿੱਚ ਵੇਖਿਆ ਤਾਂ ਪੈਂਦੇ ਮੀਂਹ ਨੂੰ ਕੋਸਣ ਲੱਗ ਪਈ। ਮੈਂ ਵੀ ਮੀਂਹ ਵਿੱਚ ਭਿੱਜ ਨਹੀਂ ਸਾਂ ਰਹੀ, ਪਰ ਫਿਰ ਵੀ ਮੀਂਹ ਨੂੰ ਕੋਸੀ ਜਾ ਰਹੀ ਸਾਂ। ਉਸ ਤੋਂ ਪਹਿਲੀ ਰਾਤ ਦੇਰ ਨਾਲ ਘਰ ਪਹੁੰਚਣ ਕਰਕੇ ਰੋਜ਼ ਵਾਂਗ ਮੈਂ ਉਹਨਾਂ ਮੰਗਤਿਆਂ ਨੂੰ ਖਾਣ ਪੀਣ ਵਾਲੀ ਕੋਈ ਚੀਜ਼ ਵੀ ਨਾ ਦੇ ਸਕੀ। ਮੇਰਾ ਖਿਆਲ ਹੈ ਉਸ ਰਾਤ ਉਹ ਭੁੱਖੇ ਹੀ ਸੁੱਤੇ ਹੋਣਗੇ। ਪਰ ਜੋ ਮੈਂ ਆਪਣੀ ਬਾਰੀ ਵਿੱਚੋਂ ਵੇਖਿਆ ਉਸਨੇ ਮੈਨੂੰ ਹੈਰਾਨ ਹੀ ਕਰ ਦਿੱਤਾ। ਮੀਂਹ ਕਾਰਨ ਸੜਕ ਉੱਤੇ ਆਵਾਜਾਈ ਨਾ ਹੋਣ ਕਰਕੇ ਨਾਨਾ ਦੋਹਤੀ ਖਾਲੀ ਸੜਕ 'ਤੇ ਖੇਡ ਰਹੇ ਸਨ। ਉਹ ਹੱਸ ਰਹੇ ਸਨ, ਤਾੜੀਆਂ ਮਾਰ ਰਹੇ ਸਨ, ਕਿਲਕਾਰੀਆਂ ਪਾ ਰਹੇ ਸਨ, ਜਿਵੇਂ ਮੀਂਹ ਉਹਨਾਂ ਦੇ ਨੱਚਣ ਵਾਸਤੇ ਹੀ ਪੈ ਰਿਹਾ ਸੀ। ਪੂਰੀ ਤਰ੍ਹਾਂ ਭਿੱਜੇ ਮਸਤੀ ਨਾਲ ਨੱਚਦੇ ਉਹ ਜ਼ਿੰਦਗੀ ਮਾਣ ਰਹੇ ਸਨ। ਉਹਨਾਂ ਦੀ ਰੀਝ ਨਾਲ ਮੈਨੂੰ ਸਾੜਾ ਹੋ ਰਿਹਾ ਸੀ। ਇਸ ਨਜ਼ਾਰੇ ਨੇ ਮੈਨੂੰ ਆਪਣੇ ਜੀਵਨ 'ਤੇ ਝਾਤ ਮਾਰਨ ਲਈ ਮਜਬੂਰ ਕੀਤਾ। ਮੇਰੇ ਕੋਲ ਜੀਵਨ ਮਾਣਨ ਦੇ ਸਾਰੇ ਸੁੱਖ ਸਾਧਨ ਸਨ। ਉਹਨਾਂ ਕੋਲ ਕੁਝ ਵੀ ਨਹੀਂ ਸੀ, ਪਰ ਉਹਨਾਂ ਕੋਲ ਜੀਵਨ ਮਾਣਨ ਦੀ ਭਰਪੂਰ ਖੁਸ਼ੀ ਸੀ। ਅਮਿਟਵਾ ਜੋਸ਼ ਸੀ ਅਤੇ ਦ੍ਰਿਸ਼ਟੀ ਵਿੱਚ ਖੁਸ਼ਹਾਲੀ ਸੀ। ਮੈਨੂੰ ਆਪਣੇ ਆਪ 'ਤੇ ਸ਼ਰਮ ਆਈ। ਮੈਂ ਉਸ ਵੇਲੇ ਪ੍ਰਣ ਲਿਆ ਕਿ ਅੱਜ ਤੋਂ ਮਗਰੋਂ ਮੇਰੀ ਜ਼ਿੰਦਗੀ ਨਵੇਂ ਰਾਹਾਂ 'ਤੇ ਨਵੇਂ ਦਿਸ਼ਾਦਿਆਂ ਵੱਲ ਖੁਸ਼ੀਆਂ ਮਾਣਦੀ, ਖੁਸ਼ੀਆਂ ਵੰਡਦੀ ਚੱਲੇਗੀ। ਇਸ ਮੰਗਤੇ ਨੂੰ ਮੈਂ ਜ਼ਿੰਦਗੀ ਜਿਉਣ ਦੀ ਜਾਂਚ ਦੇ
ਕਿਸੇ ਪੱਖੋਂ ਆਪਣਾ ਹੀਰੋ ਮਿਥ ਲਿਆ ਸੀ। ਹੁਣ ਮੈਨੂੰ ਹਰ ਚੀਜ਼ ਵਿੱਚੋਂ, ਹਰ ਹਾਲਤ ਵਿੱਚੋਂ, ਹਰ ਵਿਅਕਤੀ ਵਿੱਚੋਂ ਖੁਸ਼ੀ ਲੱਭਣ ਦਾ ਹੁਨਰ ਆ ਗਿਆ ਹੈ। ਮੇਰਾ ਹੀਰੋ ਮੰਗਤਾ ਤਾਂ ਮਰ ਗਿਆ ਹੈ, ਪਰ ਜ਼ਿੰਦਗੀ ਜਿਉਣ ਸੰਬੰਧੀ ਉਸ ਦਾ ਸਿਖਾਇਆ ਮੂਲ ਮੰਤਰ ਮੇਰੇ ਜੀਵਨ ਦੇ ਹਰ ਪਲ ਵਿੱਚ ਵਸਿਆ ਹੋਇਆ ਹੈ। ਉਸ ਦੀ ਦੋਹਤੀ ਨੂੰ ਮੈਂ ਇੱਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਹੈ। ਕੁਦਰਤ ਦੇ ਰੰਗ ਅਨੇਕ ਹਨ, ਉਸ ਦੇ ਢੰਗ ਨਿਆਰੇ ਹਨ। ਜੇ ਪਰਿਵਰਤਨ ਦੀ ਇੱਛਾ ਹੋਵੇ ਤਾਂ ਮੌਕੇ ਲੱਭਣੇ ਨਹੀਂ ਪੈਂਦੇ, ਆਪ ਲੱਭ ਪੈਂਦੇ ਹਨ। ਇੱਕ ਵਾਰ ਇੱਕ ਹਾਦਸੇ ਕਾਰਨ ਇੱਕ ਸਮੁੰਦਰੀ ਜਹਾਜ਼ ਦਾ ਸਾਰਾ ਅਮਲਾ ਜਹਾਜ਼ ਨਾਲ ਹੀ ਡੁੱਬ ਗਿਆ। ਕੇਵਲ ਇੱਕ ਵਿਅਕਤੀ ਤਰ ਕੇ ਇੱਕ ਬੇਆਬਾਦ ਛੋਟੇ ਜਿਹੇ ਟਾਪੂ ਦੇ ਕਿਨਾਰੇ ਲੱਗਾ। ਥਕਾਵਟ ਅਤੇ ਇਕੱਲਤਾ ਕਾਰਨ ਉਹ ਭੈਭੀਤ ਸੀ। ਭੈਭੀਤ ਤੇ ਬਿਲਕੁਲ ਇਕੱਲਾ ਵਿਅਕਤੀ ਅਸਮਾਨ ਵੱਲ ਵੇਖ ਕੇ ਰੱਬ ਨਾਲ ਸੰਬੰਧ ਜੋੜਨ ਦਾ ਯਤਨ ਕਰਦਾ ਹੈ। ਜਦੋਂ ਮਨੁੱਖ ਵੱਡੇ ਸੰਕਟ ਵਿੱਚ ਹੁੰਦਾ ਹੈ ਤਾਂ ਉਸ ਵਿੱਚ ਸੂਝ ਅਤੇ ਵਿਸ਼ਵਾਸ ਦੇ ਸੁੱਤੇ ਸਰੋਤ ਜਾਗ ਪੈਂਦੇ ਹਨ। ਉਹ ਰੱਬ ਤੋਂ ਮਦਦ ਮੰਗਦਾ ਰਿਹਾ। ਕਈ ਦਿਨ ਉਡੀਕਣ ਮਗਰੋਂ ਉਸ ਨੇ ਨੇੜੇ ਦੇ ਜੰਗਲ ਵਿੱਚੋਂ ਨਿੱਕ ਸੁੱਕ ਲਿਆ ਕੇ ਮੀਂਹ ਧੁੱਪ ਤੋਂ ਬਚਣ ਲਈ ਇੱਕ ਝੁੱਗੀ ਬਣਾਈ। ਇੱਕ ਦਿਨ ਜਦੋਂ ਉਹ ਨਿੱਕਾ ਮੋਟਾ ਸਮਾਨ ਇਕੱਠਾ ਕਰਕੇ ਹਨੇਰਾ ਪੈਣ ਵੇਲੇ ਵਾਪਸ ਮੁੜਿਆ ਤਾਂ ਵੇਖਿਆ ਝੁੱਗੀ ਨੂੰ ਅੱਗ ਲੱਗੀ ਹੋਈ ਸੀ। ਉਸਨੇ ਰੱਬ ਨੂੰ ਕੋਸਿਆ, ਇਹ ਕੀ ਕੀਤਾ? ਮੰਗੀ ਮਦਦ ਸੀ, ਪਰ ਤੂੰ ਤਾਂ ਮੇਰੀ ਝੁੱਗੀ ਵੀ ਸਾੜ ਦਿੱਤੀ ਹੈ। ਸਾਰੀ ਰਾਤ ਉਹ ਰੱਬ ਨੂੰ ਕੋਸਦਾ ਰਿਹਾ। ਜਦੋਂ ਸਵੇਰ ਹੋਈ ਤਾਂ ਵੇਖਿਆ ਇੱਕ ਜਹਾਜ਼ ਉਸ ਵੱਲ ਆ ਰਿਹਾ ਸੀ। ਇਹ ਜਹਾਜ਼ ਉਸ ਨੂੰ ਬਚਾਉਣ ਆਇਆ ਸੀ। ਉਸਨੇ ਜਹਾਜ਼ ਵਾਲੇ ਨੂੰ ਪੁੱਛਿਆ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇੱਥੇ ਹਾਂ? ਉਹਨਾਂ ਨੇ ਕਿਹਾ, ਅਸੀਂ ਅੱਗ ਵੇਖ ਲਈ ਸੀ। ਅਸੀਂ ਸਮਝ ਗਏ ਸਾਂ ਕਿ ਮਦਦ ਦੀ ਫੌਰੀ ਲੋੜ ਹੈ। ਜਿਹੜਾ ਸਾਰੀ ਰਾਤ ਰੱਬ ਨੂੰ ਕੋਸਦਾ ਰਿਹਾ ਸੀ, ਉਹ ਇਬਾਦਤ ਵਿੱਚ ਗੋਡਿਆਂ ਤੇ ਝੁਕ ਗਿਆ। ਉਸ ਦਿਨ ਉਸ ਨੂੰ ਗਿਆਨ ਹੋਇਆ, ਜੇ ਰੱਬ ਸਾਡੀ ਮਦਦ ਨਹੀਂ ਕਰ ਰਿਹਾ ਤਾਂ ਕਾਰਨ ਇਹ ਹੈ ਕਿ ਅਜੇ ਮਦਦ ਕਰਨ ਦਾ ਵੇਲਾ ਨਹੀਂ ਆਇਆ। ਸੁਣਨ ਵਾਲੇ ਕੰਨ ਚਾਹੀਦੇ ਹਨ, ਉਸ ਦੀ ਚੁੱਪ ਵਿੱਚ ਵੀ ਸੁਨੇਹੇ ਹਨ। ਜੇ ਥੱਲੇ ਹਿੰਮਤ ਹੋਵੇ ਤਾਂ ਉੱਪਰੋਂ ਰਹਿਮਤ ਹੋਣ ਵਿੱਚ ਦੇਰ ਨਹੀਂ ਲੱਗਦੀ। ਨਿੱਕੀਆਂ ਕਣੀਆਂ ਦੇ ਮੀਂਹ ਵਿੱਚ ਵੀ ਵਿਸ਼ਾਲ ਧਰਤੀ ਨੂੰ ਹਰਾ ਭਰਾ ਕਰਨ ਦੀ ਸਮਰੱਥਾ ਹੁੰਦੀ ਹੈ। ਨਿੱਕੀਆਂ ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।